ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੇ ਮੰਨੇ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੇ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਜਿਹੜੀ ਕਥਾ ਚੱਲ ਰਹੀ ਆ, ਉਹਦੇ ਅੰਦਰ ਜਿਹੜੀ 13ਵੀਂ ਪੌੜੀ ਦੀ ਆਪੇ ਵਿਆਖਿਆ ਕਰਨ ਦੇ ਆ। ਇਹ 4 ਪੌੜੀਆਂ ਮੰਨਣ ਦੇ ਉੱਤੇ ਨੇ। ਮੰਨੇ ਸੁਰਤ ਹੋਵੇ ਮਨ ਬੁੱਧ। ਦੂਸਰੀ ਪੌੜੀ ਹੈ ਮੰਨੇ ਮਾਰਗ ਠਾਕ ਨ ਪਾਏ, ਮੰਨੇ ਪਤ ਸਿਉ ਪ੍ਰਗਟ ਜਾਏ। ਇਹ 4 ਪੌੜੀਆਂ ਗੁਰੂ ਨਾਨਕ ਸਾਹਿਬ ਨੇ ਪਰਮੇਸ਼ਰ ਦੇ ਨਾਮ ਦੇ ਮੰਨਣ ਦੇ ਉੱਤੇ ਲਿਖੀਆਂ ਨੇ। ਕਈ ਉਦਾਹਰਨਾਂ ਦਿੰਦਿਆਂ ਹੋਇਆਂ ਮਹਾਰਾਜ ਨੇ ਇਸ ਮਨੁੱਖੀ ਮਨ ਨੂੰ ਸਮਝਾਇਆ ਹੈ। ਜਿੱਦਾਂ ਅੱਜ ਦਾ ਵਾਕ ਸੀ ਸ੍ਰੀ ਦਰਬਾਰ ਸਾਹਿਬ ਦਾ, ਮੇਰਾ ਮਨ ਰਾਤਾ ਗੁਣ ਰਵੇ ਪ੍ਰਭ ਭਾਵੇ ਸੋਈ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਮਨ ਮੰਨ ਗਿਆ ਹੈ। ਇਹ ਨਹੀਂ ਕਿ ਉਹ ਲੋਕਾਂ ਨੂੰ ਉਪਦੇਸ਼ ਦੇਣ ਕਿ ਰੱਬ ਦਾ ਨਾਮ ਮੰਨੋ, ਰੱਬ ਦਾ ਨਾਮ ਮੰਨੋ। ਕਹਿੰਦੇ ਸਾਡਾ ਵੀ ਮਨ ਜਿਹੜਾ ਵਾ, ਮੇਰਾ ਮਨ ਰਾਤਾ ਗੁਣ ਰਵੇ ਪ੍ਰਭ ਭਾਵੇ ਸੋਈ। ਗਾਉਂਦਿਆਂ ਗਾਉਂਦਿਆਂ ਧਿਆਉਂਦਿਆਂ ਹੋਇਆਂ ਇੱਕ ਦਿਨ ਇਹ ਮਨ ਜਿਹੜਾ ਮੰਨ ਜਾਂਦਾ। ਵੈਸੇ ਮੰਨਦਾ ਤਾਂ ਬਹੁਤ ਮੁਸ਼ਕਲ ਵਾ। ਕਬੀਰ ਸਾਹਿਬ ਨੇ ਬੜਾ ਇਸ ਨੂੰ ਸਮਝਾਇਆ। ਮੈਂ ਤੋ ਛਿਨ ਛਿਨ ਸਮਝਾਉ, ਪਰ ਆਖੇ ਨਹੀਂ ਲੱਗਾ। ਫਿਰ ਕਹਿੰਦੇ ਜਦੋਂ ਮੇਰੇ ਆਖੇ ਨਹੀਂ ਨਾ ਲੱਗਾ ਏ, ਫਿਰ ਕਿਸੇ ਹੋਰ ਦੇ ਆਖੇ ਲੱਗ ਕੇ ਗੱਲ ਮੰਨ ਗਿਆ। ਉਦੋਂ ਜਿੱਦਾਂ ਘਰ ਵਿੱਚ ਕੋਈ ਝਗੜਾ ਹੋ ਜੇ ਅਤੇ ਕੋਈ ਘਰ ਦਾ ਮੈਂਬਰ ਗੱਲ ਨਾ ਮੰਨੇ, ਅਤੇ ਗੁਆਂਢੀਆਂ ਨੂੰ ਵਿੱਚ ਪਾ ਕੇ ਅਤੇ ਉਹ ਗੱਲ ਨੂੰ ਬਣਾਉਣਾ ਪੈਂਦਾ। ਗੁਆਂਢੀਆਂ ਦੇ ਰਾਹੀਂ ਉਹ ਬੰਦਾ ਮੰਨ ਜਾਂਦਾ। ਬੱਚਾ ਰਿਸ਼ਤੇਦਾਰਾਂ ਰਾਹੀਂ ਉਹ ਬੱਚਾ ਮੰਨ ਜਾਂਦਾ ਹੈ। ਕਈ ਵਾਰੀ ਮਾਂ ਬਾਪ ਦੀ ਨਹੀਂ ਮੰਨਦਾ। ਕਬੀਰ ਸਾਹਿਬ ਕਹਿੰਦੇ ਮੇਰਾ ਮਨ ਮੰਨਦਾ ਨਹੀਂ ਅਤੇ ਮੈਂ ਫਿਰ ਸਾਧੂਆਂ ਦੇ ਕੋਲ ਬਹਿ ਗਿਆ। ਮੇਰਾ ਮਨ ਹੋਰ ਕਿਸੇ ਚੀਜ਼ ਨੂੰ ਮੰਨਦਾ ਸੀ। ਮੇਰੀ ਬੌਰੀਓ ਕੋ ਧਨੀਆ ਨਾਉ। ਇਹ ਧਨ ਨੂੰ ਬੜਾ ਮੰਨਦਾ ਹੈ, ਧਨ ਬੜਾ ਚਾਹੁੰਦਾ ਹੈ। ਇਹ ਪਰਿਵਾਰ ਨੂੰ ਬੜਾ ਹੀ ਮੰਨਦਾ ਹੈ, ਪਰਿਵਾਰ ਬੜਾ ਚਾਹੁੰਦਾ ਹੈ। ਪਰਿਵਾਰ ਤੋਂ ਬਿਨਾਂ ਜੀ ਨਹੀਂ ਸਕਦਾ, ਇਹ ਧਨ ਤੋਂ ਬਿਨਾਂ ਜੀ ਨਹੀਂ ਸਕਦਾ। ਬੜਾ ਚਾਹੁੰਦਾ ਹੈ ਧਨ ਨੂੰ। ਇਹ ਤਾਂ ਕਬੀਰ ਸਿੰਘ ਦੇ ਮੇਰੇ ਮਨ ਦੀ ਹਾਲਤ ਸੀ। ਮੇਰੀ ਬੌਰੀਆ ਕਾ ਧਨੀਆ ਨਾਉ। ਬੌਰੀ ਮਾਣੇ ਜਿੰਦ ਨੂੰ ਕਹਿੰਦੇ ਨੇ, ਵਹੁਟੀ। ਮੇਰੀ ਜਿਹੜੀ ਜਿੰਦ ਸੀ ਨਾ, ਧਨ ਨਾਲ ਬੜਾ ਪਿਆਰ ਕਰਦੀ ਸੀ, ਬੜਾ ਸਨੇਹ ਕਰਦੀ ਸੀ। ਮਾਇਆ ਮੋਹ ਸਗਲ ਜਗ ਛਾਇਆ, ਸੁਤ ਕੰਤਨ ਸਿਉ ਹੇਤ ਵਧਾਇਆ। ਸੋਨੇ ਨਾਲ ਬੜਾ ਪਿਆਰ ਇਸਦਾ ਹੈ। ਤੇ ਸਭ ਕਿਛ ਆਪਣਾ
ਇਕ ਰਾਮ ਪਰਾਇਆ, ਇਕ ਰਾਮ ਪਰਾਇਆ। ਜਿਹੜੇ ਕਦੀ ਆਪਣੇ ਹੋ ਹੀ ਨਹੀਂ ਸਕਦੇ ਉਹਨਾਂ ਨੂੰ ਇਹਨੇ ਆਪਣੇ ਮੰਨਿਆ ਹੋਇਆ ਹੈ। ਬਟਾਊ ਸੋ ਜੋ ਲਾਵੇ ਨੇ, ਤਾਂ ਕੋ ਹੱਥ ਨਾ ਆਵੇ ਕੇ। ਕੋਈ ਨਹੀਂ ਆਪਣਾ, ਅਰੇ ਮਨ ਤੇਰੋ ਕੋ ਨਹੀਂ, ਖਿੰਚ ਲੈ ਜਨ ਭਾਰ। ਜਿਹੜੇ ਆਪਣੇ ਹੀ ਨਹੀਂ ਹੈ ਉਹਨਾਂ ਨੂੰ ਨੇ ਆਪਣੇ ਬਣਾਇਆ ਹੋਇਆ ਵਾ, ਤੇ ਜਿਹੜੇ ਆਪਣੇ ਨੇ ਉਹਨਾਂ ਨੂੰ ਇਹ ਬਗਾਨੇ ਮੰਨਦਾ ਹੈ। ਹਾਂਜੀ, कड़वे को मीठा कहे, मीठे को कड़ुआ, राते की निंदा करे, ऐसा कल में डीठा। चेरी की सेवा करे, ठाकर नहीं दीसे, पाहन नीर पखोलिए, माखण नहीं दरीसे। आवत को जाता कहे, ये मन अपनियां मर्जियां मन करदा है, किथे गुरु पीर दी मनदा है। आवत को जाता कहे, जाते को आया, अपनी को पर की कहे, अपनों नहीं पाया। कहते जो मेरी भी हालत सी ना मन दी, मेरी बौरिया को धनिया नाओ, ते जदों मैं संगत विच गया साधुआं दे सामने बैठा, मेरा नां सी जिंद दा धनिया। ਉਹਨਾਂ ਨੇ ਇਹਦਾ ਨਾਂ ਬਦਲ ਦਿੱਤਾ ਹੈ, ਬਟੂਏ ਰਾਮ ਰਮਊਆ ਲਾਵਾ। ਉਹਨਾਂ ਨੇ ਧਨੀਆਂ ਤੋਂ ਇਹਦਾ ਨਾਂ ਬਦਲ ਕੇ ਜਨੀਆਂ ਰੱਖ ਦਿੱਤਾ ਹੈ। ਕਿੰਨਾਂ ਨੇ? ਸੰਤਾਂ ਨੇ। ਮੇਰੀ ਬੌਰੀਓ ਕੋ ਧਨੀਆਂ ਨਾਉ, ਲੈ ਰਾਖਿਓ ਰਾਮ ਜਨੀਆਂ ਨਾਉ। ਸਾਧਾਂ ਦੇ ਕੋਲ ਜਦੋਂ ਗਈ ਇਹਦਾ ਨਾਂ ਬਦਲ ਗਿਆ, ਜਿੱਦਾਂ 10ਵੇਂ ਪਾਤਸ਼ਾਹ ਨੇ ਨਾਂ ਬਦਲ ਦਿੱਤਾ ਸੀ। ਜਿਸ ਤਰ੍ਹਾਂ ਸ਼੍ਰੀ ਲਹਿਣਾ ਜੀ ਦਾ ਨਾਮ ਬਦਲ ਕੇ ਗੁਰੂ ਅੰਗਦ ਦੇਵ ਰੱਖਿਆ ਗਿਆ, ਜਿਸ ਤਰ੍ਹਾਂ ਜੇਠਾ ਜੀ ਦਾ ਨਾਮ ਬਦਲ ਕੇ ਗੁਰੂ ਰਾਮਦਾਸ ਰੱਖਿਆ ਗਿਆ, ਮਾਧੋ ਦਾਸ ਦਾ ਨਾਮ ਬਦਲ ਕੇ ਬੰਦਾ ਸਿੰਘ ਰੱਖਿਆ ਗਿਆ। ਇਹ ਸੰਤ ਜਦੋਂ ਅੰਦਰੋਂ ਬਦਲ ਦਿੰਦੇ ਨੇ ਫਿਰ ਬਾਹਰੋਂ ਵੀ ਨਾਂ ਬਦਲੇ ਜਾਂਦੇ ਨੇ। ਮੇਰੀ ਜਿੰਦ ਧਾਨਣਾ ਬੜਾ ਪਿਆਰ ਕਰਦੀ ਸੀ, ਇਹਦਾ ਨਾਂ ਸੀ ਧਨੀਆ। ਅਤੇ ਜਦੋਂ ਸਾਧੂ ਸੰਗਤਾਂ ਨਾਲ ਬੈਠੇ ਤੇ ਇਹ ਰੱਬ ਦੀ ਨਾਂ ਇਹਨਾਂ ਜਨੀਆਂ ਰਾਖ ਨਾ ਰੱਖ ਦਿੱਤਾ, ਬਟੂਏ ਰਾਮ ਰਮਊਆ ਲਾਇਆ। ਇਸ ਮਨ ਨੂੰ ਜਦੋਂ ਰੱਬ ਦੇ ਨਾਲ ਜੋੜਤਾ ਸਾਧਾਂ ਨੇ, ਇਹਦਾ ਨਾਮ ਬਦਲ ਗਿਆ। ਮੈਂ ਕਹਿ ਰਿਹਾ ਸੀ ਮਨ ਮੰਨਦਾ ਨਹੀਂ ਹੈ, ਬੜੀ ਮੁਸ਼ਕਿਲ ਨਾਲ ਮੰਨਦਾ ਹੈ। ਕਬੀਰ ਸਾਹਿਬ ਨੇ ਕਿਹਾ, ਹਿਜੇ ਤਾਂ ਪ੍ਰੇਮ ਕੇ ਚਾਬਕ ਲਾਓ। ਐ ਮੰਨਾ ਜੇ ਤੂੰ ਨਹੀਂ ਨਾ ਮੰਨਦਾ, ਅਤੇ ਕਬੀਰ ਸਾਹਿਬ ਕਹਿੰਦੇ ਇਹਦੇ ਨਾਲ ਜ਼ਬਰਦਸਤੀ ਨਾ ਕਰਿਓ, ਇਹਨੇ ਹੋਰ ਵਿਗੜ ਜਾਣਾ ਜੀ। ਕਈ ਵਾਰੀ ਜਦੋਂ ਘੋੜਾ ਰੁਕ ਜਾਵੇ ਨਾ ਅਤੇ ਉਹਨੂੰ ਚਾਬਕ ਮਾਰੀਏ ਅਤੇ ਉਹ ਪਿਛਾਂਹ ਨੂੰ ਭੱਜਣ ਲੱਗ ਪੈਂਦਾ ਹੈ, ਟਾਂਗੇ ਨੂੰ ਪਿਛਾਂਹ ਨੂੰ ਭਜਾ ਦਿੰਦਾ ਹੈ। ਇਹ ਮਨ ਵੀ ਇਹੋ ਜਿਹਾ ਘੋੜਾ, ਜਦੋਂ ਅੜੀ ਕਰ ਗਿਆ ਇਹਨੇ ਗਾਂਹ ਨਹੀਂ ਤੁਰਨਾ, ਨੇ ਪਿਛਾਂਹ ਨੂੰ ਰੇੜਾ ਸੁੱਟਣਾ ਹੈ, ਭਾਵੇਂ ਪਿੱਛੇ ਟੋਏ 'ਚ ਸੁੱਟ ਦੇਵੇ, ਸੁੱਟੂਗਾ ਜ਼ਰੂਰ। ਜਿਹੜੇ ਰੇੜੇ ਰੂੜੇ ਚਲਾਉਂਦੇ ਰਹੇ ਉਹਨਾਂ ਨੂੰ ਪਤਾ ਇੱਦਾਂ ਹੁੰਦਾ ਰਿਹਾ। ਕਬੀਰ ਸਾਹਿਬ ਕਹਿੰਦੇ ਇਹਨੂੰ ਬੜੇ ਪ੍ਰੇਮ ਨਾਲ ਸਮਝਾਇਓ ਜੀ। ਹਿਤੇ ਤਾਂ ਪ੍ਰੇਮ ਕੇ ਚਾਬਕ ਮਾਰੋ, ਜੇ ਤੂੰ ਰੁਕੇਗਾ ਨਾ ਇਹ ਮਨ ਨੇ ਰੁਕਣਾ, ਇਹਨੂੰ ਪ੍ਰੇਮ ਨਾਲ ਸਮਝਾਇਓ ਜੀ। ਹੱਠ ਨਾ ਕਰਿਓ ਜੀ, ਹੱਠ ਨਾ ਨੇ ਮੰਨਣਾ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਇਹਨੂੰ ਜਦੋਂ ਪ੍ਰੇਮ ਨਾਲ ਸਮਝਾਇਓ ਵੀ ਮਨਾ ਤੂੰ ਰੱਬ ਦੇ ਨਾਮ ਨੂੰ ਜਪਿਆ ਕਰ, ਇਹਨੂੰ ਸੁਣਿਆ ਕਰ, ਅਤੇ ਤੂੰ ਬਕੁੰਠ 'ਚ ਚਲ ਜਾਏਗਾ, ਦੁੱਖਾਂ ਕਲੇਸ਼ਾਂ 'ਚ ਬਚ ਜਾਏਗਾ। ਬਕੁੰਠ ਲੈ ਤਾਰੋ, ਹਿਚੇ ਤੇ ਪ੍ਰੇਮ ਕੇ ਚਾਬਕ ਮਾਰੋ। ਪ੍ਰੇਮ ਨਾ, ਪ੍ਰੇਮ ਦੇ ਚਾਬਕ ਮਾਰੇ ਉਹਨੂੰ। ਚਾਬਕ ਹੁੰਦਾ ਜਿਹੜਾ ਘੋੜੇ ਨੂੰ ਚਲਾਉਣ ਵਾਸਤੇ ਇੱਕ ਸੋਟੀ ਹੁੰਦੀ ਆ, ਉਹਨੂੰ ਚਾਬਕ ਬੋਲਿਆ ਜਾਂਦਾ ਹੈ। ਸਾਹਿਬ ਕਹਿੰਦੇ ਨੇ ਮੰਨੈ ਮਾਰਗ,
ਇਹ ਸਭ ਕੁਛ ਨੂੰ ਮੰਨਦਾ ਪਰ ਨਾਮ ਨੂੰ ਨਹੀਂ ਮੰਨਦਾ। ਐਡਾ ਅਵੈੜ ਮਨ ਵਾ। ਮਰ ਕਹਿੰਦੇ ਜਦੋਂ ਕੋਈ ਮੰਨ ਜਾਂਦਾ ਹੈ ਨਾ, ਇਹਦਾ ਮਨ ਮੰਨਦਾ, ਮਾਰਗ ਠਾਕ ਨ ਪਾਏ। ਜਿਹੜੇ ਰੱਬ ਦੇ ਰਾਹ ਦੇ ਪਾਂਦੀ ਹੋਏ, ਪੰਧ ਬੜਾ ਲੰਬਾ ਹੈ ਤੇ ਪੰਧ ਬੜਾ ਔਖਾ ਹੈ। ਇੱਥੇ ਮਾਰਗ ਸ਼ਬਦ ਜਿਹੜਾ ਇਹ ਜਪਜੀ ਸਾਹਿਬ 'ਚ ਇੱਕ ਵਾਰੀ ਆਉਂਦਾ ਹੈ। ਮੰਨੇ ਮਾਰਗ ਠਾਕ, ਠਾਕ ਵੀ ਇੱਕ ਵਾਰੀ ਆਉਂਦਾ ਹੈ ਤੇ ਮਾਰਗ ਵੀ ਇੱਕ ਵਾਰੀ ਆਉਂਦਾ ਜਪਜੀ ਸਾਹਿਬ 'ਚ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਿਹੜਾ ਮੰਨੇ ਮਾਰਗ, ਰੱਬ ਦਾ ਰਾਹ ਜਿਹੜਾ ਇਹ ਬੜਾ ਲੰਮਾ ਮਾਰਗ ਵਾ। ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀ ਨਾ ਕਿ ਕਾਫਲੇ बढ़ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆ ਰਹੇ ਹੈ। ਰਾਹੀ ਤੁਰੇ ਸੀ ਪਹੁੰਚ ਗਏ, ਹਾਲਾਂਕਿ ਪਹੁੰਚਣਾ ਬੜਾ ਮੁਸ਼ਕਿਲ ਆ, ਬੜੇ ਰਾਹ 'ਚੋਂ ਮੁੜ ਆਉਂਦੇ ਨੇ। ਥੋੜ੍ਹਾ ਜਿਹਾ ਧਰਮ ਦਾ ਸਫ਼ਰ ਕਰਕੇ ਲੋਕੀ ਮੁੜ ਕੇ ਪਖੰਡ ਦੇ ਰਾਹ ਤੁਰ ਜਾਂਦੇ ਨੇ, ਕਿਉਂਕਿ ਰਾਹ ਬੜਾ ਲੰਮਾ ਹੈ, ਰਾਹ ਬੜਾ ਦੁਖਦਾਈ ਹੈ। ਅਤੇ ਲੋਕੀ ਫਿਰ ਧਰਮ ਦੇ ਕੱਪੜਿਆਂ ਨੂੰ ਲੋਕੀ ਧਰਮ ਮੰਨਣ ਲੱਗ ਪੈਂਦੇ ਨੇ। ਕੋਈ ਡੇਰਾ ਪਾ ਕੇ ਬਹਿ ਗਿਆ, ਕੋਈ ਘੋੜੇ ਹਾਥੀ ਰੱਖ ਕੇ ਬਹਿ ਗਿਆ। ਅੱਜ ਮੈਂ ਇੱਕ ਬਾਬੇ ਦੀ ਵੀਡੀਓ ਦੇਖ ਰਿਹਾ ਸੀ, ਇਹ ਬਾਬਾ ਜੀ ਨੇ ਸ਼ਾਂਤੀ ਮਾਰਚ ਕੱਢਿਆ, ਘੋੜੇ 'ਤੇ ਚੜ੍ਹ ਕੇ ਨਾਗਣੀ ਫੜ ਕੇ ਅਤੇ ਆਪਣੇ ਡੇਰੇ ਦੇ ਆਲੇ ਦੁਆਲੇ ਗੇੜਾ ਦੇ ਦਿੱਤਾ ਅਤੇ ਸ਼ਾਂਤੀ ਮਾਰਗ। ਫਿਰ ਹੱਥ 'ਚ ਨਾਗਣੀ ਫੜੀ ਹੈ ਅਤੇ ਨਾਗਣੀ ਕੋਈ ਸ਼ਾਂਤੀ ਮਾਰਗ ਦਾ ਪ੍ਰਤੀਕ ਹੈ। ਮੈਂ ਉੱਥੇ ਫਿਰ ਕਮੈਂਟ ਕੀਤਾ ਸੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਕਲਯੁੱਗ ਦੇ ਸਮੇਂ 'ਚ ਸਾਧੂ ਬੰਦਗੀਆਂ ਨਹੀਂ ਕਰਨਗੇ, ਇੱਦਾਂ ਦੇ ਅਖੌਤੀ ਸਾਧੂ ਪਖੰਡ ਕਰਨਗੇ। ਜੇ ਕੋ ਤਪ ਕਰੇ ਸੋ ਸੀਜੇ, ਤਪ ਕਰ ਤਪ ਨ ਹੋਈ। ਜੇ ਕੋ ਨਾਮ ਲਏ ਬਦਨਾਮੀ, ਕਲ ਕੇ ਲਖਣੇ ਹੀ। ਸਾਧੂ ਹੁੰਦਾ ਸੀ ਜੋ ਸਾਦਗੀ ਦੀ ਜ਼ਿੰਦਗੀ ਬਤੀਤ ਕਰੇ, ਥੋੜ੍ਹਾ ਖਾਣਾ, ਥੋੜ੍ਹਾ ਬੋਲਣਾ, ਸਾਦੇ ਕੱਪੜੇ, ਸਾਦਾ ਰਹਿਣਾ। ਹਾਥੀ ਤੋਂ ਉਤਰ ਕੇ ਘੋੜੇ 'ਤੇ ਸਵਾਰੀ ਕਰ ਲੈਂਦਾ ਹੈ, ਘੋੜੇ ਤੋਂ ਉਤਰ ਕੇ ਰੱਥ 'ਤੇ ਬਹਿ ਜਾਂਦਾ ਹੈ, ਮੁੜ ਕੇ ਕੋਈ ਉੱਥੇ ਬੇੜੀ ਰੱਖੀ, ਬੇੜੀ 'ਚ ਬਹਿ ਜਾਂਦਾ ਹੈ। ਇਹ ਸੰਤ ਨੇ ਜੀ, ਹੈ ਇਹ ਕਿਹੜੇ ਰਾਹ ਤੁਰ ਗਈ ਦੁਨੀਆ? ਇਹ ਕਲਯੁੱਗ ਆ, ਇਹਨੇ ਇਸ ਰਾਹ ਹੀ ਤੁਰਨਾ ਇਹਨਾਂ ਲੋਕਾਂ ਨੂੰ। ਮੈਂ ਕਹਿ ਰਿਹਾ ਸੀ ਕਾਫਲੇ बढ़ ਗਏ, ਤੁਰੇ ਸੀ ਪਹੁੰਚ ਗਏ ਲੋਕੀ। ਕਾਫਲੇ बढ़ ਗਏ ਜਾਂ ਮਿਟ ਗਏ, ਕੁਝ ਵਾਪਸ ਮੁੜ ਆਏ। ਰਾਹ ਬੜਾ ਲੰਮਾ ਸੀ ਤੇ ਡੂੰਗਰ ਵਾਟ ਸੀ, ਡੂੰਗਰ ਵਾਟ ਸੀ, ਘੱਟ ਅਵ ਘੱਟ ਡੂੰਗਰ ਕਣਾ। ਭਗਤ ਰਵਿਦਾਸ ਜੀ ਨੇ ਜਦੋਂ ਰਾਹ ਦਾ ਮਾਰਗ ਦਾ ਜ਼ਿਕਰ ਕੀਤਾ ਨਾ, ਮੰਨੇ ਮਾਰਗ, ਮਾਰਗ ਰਸਤਾ, ਜਿਹੜਾ ਅਸੀਂ ਪੜ੍ਹਦੇ ਹਾਂ ਨਾ ਕਿ ਨਾਨਕ ਪੰਥ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ। ਪੰਥ ਦਾ ਮਤਲਬ ਹੀ ਰਸਤਾ ਹੁੰਦਾ ਹੈ। ਜਿੱਦਾਂ ਕਹਿੰਦੇ ਪੰਥਾ ਪ੍ਰੇਮ ਨਾ ਜਾਣਈ, ਭੁੱਲੀ ਫਿਰੇ ਗਵਾਰ। ਰੱਬ ਨੂੰ ਰਾਹ ਕਿਹੜਾ ਜਾਂਦਾ ਹੈ? ਪ੍ਰੇਮ ਦਾ। ਜਿਨ ਪ੍ਰੇਮ ਕੀਓ ਤਿਨਿ ਪ੍ਰਭ ਪਾਇਓ। ਧਰਮ ਕੋਈ ਨਹੀਂ ਰੱਬ ਵਾਲੇ ਪਾਸੇ ਨੂੰ ਜਾਂਦਾ, ਸਿਰਫ ਪ੍ਰੇਮ ਜਾਂਦਾ ਹੈ। ਪੰਥਾ ਪ੍ਰੇਮ ਨ ਜਾਣਈ, ਭੁੱਲੀ ਫਿਰੇ ਗਵਾਰ। ਨਾਨਕ ਹਰ ਬਿਸਰਾਏ ਕੈ, ਪਾਉਂਦੇ ਨਰਕ ਅੰਧਿਆਰ। ਪੰਥਾ ਪ੍ਰੇਮ ਨਾ ਜਾਣਈ, ਉਹ ਜਿਹੜਾ ਰੱਬ ਨੂੰ ਰਾਹ ਜਾਂਦਾ ਸੀ ਪ੍ਰੇਮ ਵਾਲਾ, ਉਹ ਤੇ ਕੋਈ ਜਾਣਿਆ ਨਹੀਂ ਤੇ ਲੋਕੀ ਇੱਥੇ ਹੀ ਝਗੜਨ ਲੱਗ ਪਏ ਨੇ। ਧਰਮ ਦੇ ਕੱਪੜੇ ਪਾ ਕੇ ਲੋਕੀ ਝਗੜੀ ਜਾਂਦੇ ਨੇ। ਕਾਫਲੇ बढ़ ਗਏ ਜਾਂ ਮਿਟ ਗਏ, ਵਾਪਸ ਮੁੜ ਆਏ ਲੋਕੀ। ਰਾਸਤੇ ਸੁਨਸਾਨ ਨਜ਼ਰ ਆ ਰਹੇ ਹੈ।
ਉਹ ਰਾਹ ਉੱਤੇ ਇਸ ਵੇਲੇ ਕੋਈ ਵੀ ਨਹੀਂ ਚੱਲਣ ਦਿਆ। ਜਿਹੜਾ ਰੱਬ ਦਾ ਰਾਹ ਵਾ ਨਾ, ਮੰਨੇ ਮਾਰਗ, ਉਹ ਜਿਹੜਾ ਉਹ ਮਾਰਗ ਵਾ ਉਹ ਖਾਲੀ ਪਿਆ ਹੈ। ਲੋਕ ਧਰਮਾਂ ਦੇ ਰਾਹ 'ਤੇ ਤੁਰਦੇ ਨੇ, ਲੋਕ ਧਰਮ ਸਥਾਨਾਂ ਦੇ ਰਾਹ 'ਤੇ ਤੁਰਦੇ ਨੇ। ਦੁਨੀਆ ਭਟਕ ਰਹੀ ਹੈ। ਹੇਮਕੁੰਟ ਅਜੇ ਪਹਿਲਾਂ ਖੁੱਲ੍ਹਿਆ ਨੇ, ਲੋਕ ਪਹਿਲਾਂ ਜਾ ਕੇ ਉੱਥੇ ਬਹਿ ਗਏ ਨੇ। ਦੁਨੀਆ ਭਟਕ ਰਹੀ ਹੈ, ਕਿਰਾਏ ਪਈ ਹੋਈ ਦੁਨੀਆ ਦੇ ਰਸਤੇ ਸੁਨਸਾਨ ਨਜ਼ਰ ਆ ਰਹੇ। ਕਿਉਂ? ਉਹ ਪੈਂਡਾ ਬੜਾ ਲੰਮਾ ਹੈ। ਪਈ ਨਿਰਾਸੀ ਗੁਰੂ ਅਰਜਨ ਦੇਵ ਜੀ, ਬਹੁਤ ਦਿਨ ਲਾਗੇ, ਮੈਨੂੰ ਬੜਾ ਸਮਾਂ ਹੋ ਗਿਆ ਤੁਰਦਿਆਂ ਹੋਇਆਂ ਨੂੰ, ਅਤੇ ਮੈਂ ਨਿਰਾਸ਼ ਹੋ ਗਈ ਹਾਂ। ਆ ਹੇਮਕੁੰਟ ਕੋਈ ਇੱਥੋਂ ਗਿਆ ਤੇ ਉਹ ਬਿਲਕੁਲ ਲਾਗੋਂ ਜਾ ਕੇ ਮੁੜ ਆਇਆ, ਉੱਥੇ ਬਰਫ ਬੜੀ ਵੇਖ ਕੇ ਮੁੜ ਆਇਆ। ਰਾਹ ਦੁਖਦਾਈ, ਨਿਰੀ ਮੌਤ ਹੈ। 2013 ਵਿੱਚ ਕਿੰਨੀ ਦੁਨੀਆ ਉੱਥੇ ਮਰ ਗਈ, ਰੁੜ ਗਈ, ਗੱਡੀਆਂ ਹਜ਼ਾਰਾਂ ਰੁੜ ਗਈਆਂ। 14 ਨੂੰ ਫਿਰ ਲੋਕ ਉਸੇ ਤਰ੍ਹਾਂ ਹੀ ਉੱਥੇ ਬੈਠੇ ਹੋਏ ਸਨ। ਦੁਨੀਆ ਡਰਦੀ ਨਹੀਂ ਮੌਤ ਤੋਂ, ਡਰਦੀ ਨਹੀਂ। ਰੱਬ ਖੈਰ ਕਰੇ। ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਕਬੀਰ ਚਾਲੇ ਥੇ ਹਰ ਮਿਲਣ ਕੋ। ਬੀਚੇ ਕਬੀਰ ਸਿੱਖ ਸਾਖਾ ਬਹੁਤੇ ਕੀਏ। ਬੰਦੇ ਦੀ ਸੁਰਤ ਕਿੱਥੇ ਰੁਕਦੀ ਹੈ? ਮੰਨੇ ਮਾਰਗ ਠਾਕ, ਠਾਕ ਮੈਨੇ ਰੋਕ ਦੇਣਾ। ਜਿੱਦਾਂ ਅੱਜ ਸੰਗਰਾਂਦ ਦਾ ਦਿਹਾੜਾ ਸੀ, ਜੇਠ ਮਹੀਨੇ ਦਾ, ਦੇ ਉਹਦੇ 'ਚ ਗੁਰੂ ਅਰਜਨ ਦੇਵ ਨੇ ਬਚਨ ਕੀਤਾ ਸੀ ਕਿ ਹਰ ਜੇਠ ਜੜੰਦਾ ਲੋੜੀਏ। ਬੰਦੇ ਅੰਦਰ ਬੜੀਆਂ ਲੋੜਾਂ ਨੇ, ਬੜਾ ਬੰਦਾ ਬੜਾ ਕੁਛ ਲੋੜਦਾ ਹੈ। ਮੇਰੇ ਕੋਲ ਜ਼ਮੀਨ ਜਾਇਦਾਦ, ਕੋਠੀਆਂ ਕਾਰਾਂ, ਬੜਾ ਕੁਝ ਲੋੜਦਾ ਹੈ ਬੰਦਾ। ਬੱਚੇ, ਪਰਿਵਾਰ, ਸਾਜੋ ਸਮਾਨ, ਬੜਾ ਕੁਝ ਲੋੜਦਾ ਹੈ ਬੰਦਾ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਹਰ ਜੇਠ ਜੜੰਦਾ ਲੋੜੀਏ। ਕਦੀ ਉਹਨੂੰ ਵੀ ਕਦੀ ਲੱਭਿਆ ਕਰੋ, ਹਾਂ ਉਹਦੀ ਵੀ ਇੱਛਾ ਕਰਿਆ ਕਰੋ ਹਾਂ ਮਨ ਦੇ ਅੰਦਰ। ਜਿਸ ਅੱਗੇ ਸਭ ਨਿਵੰਨ, ਸਾਰੀ ਕਾਇਨਾਤ ਉਸ ਦੇ ਅੱਗੇ ਨਿਵੀ ਹੋਈ ਆ। ਕੋਈ ਰਿਤ ਥੁੱਤ ਵਾਰ, ਕੋਈ ਦਰਿਆ, ਕੋਈ ਸਮੁੰਦਰ ਹੈ ਕੋਈ ਉਹਦੀ ਹੁਕਮ ਤੋਂ ਬਿਨਾਂ? ਵੇਖੋ ਇੱਧਰ ਹੁਣ ਗਰਮੀ ਸ਼ੁਰੂ ਹੋ ਗਈ ਅਤੇ ਉੱਧਰ ਅਸਾਮ, ਬੰਗਾਲ ਵੱਲ ਮੀਂਹ ਪੈਣ ਦੇ ਨੇ, ਹੇਮਕੁੰਟ ਵੱਲ ਵੀ ਮੀਂਹ ਪੈਣ ਦੇ ਨੇ। ਸਭ ਉਹਦੇ ਹੁਕਮ 'ਚ ਹੋ ਰਿਹਾ ਹੈ। ਜਿਸ ਅੱਗੇ ਸਭ ਨਿਵਾਨਾ। ਪਰ ਜਿਹੜੀ ਅਗਲੀ ਗੱਲ ਸੀ, ਠਾਕ ਨਾ ਪਾਏ, ਰੋਕ ਨਹੀਂ ਕੋਈ ਸਕਦਾ। ਹਰ ਸਾਜਣ ਦਾਵਣ ਲੱਗਿਆ, ਦਾਵਣ ਪੱਲਾ ਕਿਸੇ ਨਾ ਦੇਈ ਬੰਨ, ਕੋਈ ਨਹੀਂ ਰੋਕ ਸਕਦਾ ਮੁੜ ਕੇ। ਹਰ ਸਾਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ, ਕੋਈ ਨਹੀਂ ਪਿੱਛੇ ਕਰ ਸਕਦਾ। ਜਦੋਂ ਤੁਸੀਂ ਸਾਜਣ ਦਾ ਹੀ ਪੱਲਾ ਫੜ ਲਿਆ, ਠਾਕ ਨਾ ਪਾਏ, ਫੇਰ ਨਹੀਂ ਕੋਈ ਰੋਕ ਸਕੇਗਾ। ਲੋਕੀ ਧਰਮ ਦੀ ਦੁਨੀਆ ਅੰਦਰ ਆਉਂਦੇ ਨੇ, ਥੋੜ੍ਹੇ ਦਿਨ ਪਾਠ ਪੂਜਾ ਕਰਕੇ ਮੁੜ ਕੇ ਪਖੰਡ ਦੇ ਰਾਹ ਤੁਰ ਜਾਂਦੇ ਨੇ। ਸਫ਼ਰ ਬੜਾ ਲੰਮਾ ਸੀ। ਗੁਰੂ ਸਦਾਏ ਅਗਿਆਨੀ ਅੰਧੇ, ਕਿਸ ਉਹ ਮਾਰਗ ਪਾਏ। ਕਬੀਰ ਸਾਹਿਬ ਨੇ ਫਿਰ ਉਸ ਦਾ ਜ਼ਿਕਰ ਕੀਤਾ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਸਿੱਖ ਸਾਖਾ ਬਹੁਤੇ ਕੇਸੋ ਕੀਓ ਨਾ ਮੀਤਾ। ਜਿੱਥੇ ਸੰਸਾਰੀ ਬੰਦੇ ਦਾ ਆਪਣਾ ਪਿਆਰ, ਆਪਣੇ ਟੱਬਰ ਨਾਲ ਹੁੰਦਾ ਹੈ, ਮੋਹ ਮਮਤਾ, ਇਸੇ ਤਰ੍ਹਾਂ ਜਿਹੜੇ ਰੱਬ ਨੂੰ ਤੁਰ ਪੈਂਦੇ ਨੇ ਉਹ ਫਿਰ ਚੇਲਿਆਂ ਦੇ ਵਿੱਚ ਚੱਕਰਾਂ 'ਚ ਘੁੰਮ ਜਾਂਦੇ ਨੇ। ਕਬੀਰ ਸਿੱਖ ਸਾਖਾ ਬਹੁਤੇ ਕੀਏ। ਚਲੋ ਮਰਦਾਨੇ ਵਾਂਗੂ ਇੱਕ ਅੱਧਾ ਨਾਲ ਰੱਖ ਲਓ ਤੁਸੀਂ, ਤੇ ਲਾਓ ਲਸ਼ਕਰ ਬਣਾ ਲਿਆ ਆਪਣੇ ਚੇਲਿਆਂ ਦਾ ਨਾਲ। ਤਾਂ ਇੱਕ ਨੂੰ ਹਾਰਮੋਨੀਆ ਫੜਾਤਾ,
ਤੇ ਤਿੰਨਾਂ ਨੂੰ ਲਾਗੇ ਬੰਦੂਕਾਂ ਫੜਾ ਦਿੱਤੀਆਂ। ਇੱਕ ਨੂੰ ਪੋਥੀ ਪੜ੍ਹਨ 'ਤੇ ਲਾਤਾ ਤੇ 5 ਆਲੇ ਦੁਆਲੇ ਬੰਦੂਕਾਂ ਲੈ ਕੇ ਖਲੋ ਗਏ ਨੇ। ਲੈ ਦੱਸੋ, ਪੋਥੀ ਪੜ੍ਹਦਿਆਂ ਤੁਹਾਨੂੰ ਬੰਦੂਕਾਂ ਦੀ ਲੋੜ ਪੈਂਦੀ ਹੈ? ਇਹ ਕੀ ਹੈ? ਇਹ ਅਡੰਬਰ ਨੇ, ਇਹ ਪਖੰਡ ਵਾ। ਇਹ ਸਾਧੂ ਨਹੀਂ ਕਰਦੇ ਹੁੰਦੇ, ਪੁਰਾਣੇ ਸਾਧੂ ਨਹੀਂ ਸੀ ਕਰਦੇ ਹੁੰਦੇ। ਕੋਈ ਝਗੜਾ ਵੇਖਿਆ, ਰਾਤੋਂ ਰਾਤ ਸਾਧੂ ਇਲਾਕਾ ਛੱਡ ਕੇ ਤੁਰ ਜਾਂਦੇ ਸੀ। ਝਗੜਾ ਨਹੀਂ ਪਈ ਕਰਨਾ, ਅਸੀਂ ਸਾਧ ਹੁੰਦੇ ਹਾਂ। ਅੱਜ ਸਾਧਾਂ ਆਪਣਿਆਂ ਨੂੰ ਸੰਤ ਖਾਉਣ ਵਾਲੇ, ਸਾਧ ਖਾਉਣ ਵਾਲੇ ਕੌਮਾਂ ਬਰਬਾਦ ਕਰਕੇ ਰੱਖ ਦਿੰਦੇ ਨੇ, ਝਗੜੇ ਪੈਦੇ ਕਰ ਦਿੰਦੇ ਨੇ। ਇਹ ਕਿਹੜੇ ਰਾਹ ਪਈ ਹੋਈ ਦੁਨੀਆ? ਕਬੀਰ ਸਿੱਖ ਸਾਖਾ ਬਹੁਤੇ ਕੀਏ। ਧੀਆਂ ਪੁੱਤਰਾਂ ਦਾ ਫਿਕਰ ਨਹੀਂ ਆ, ਚੇਲਿਆਂ ਦਾ ਫਿਕਰ ਬਹੁਤਾ ਪਿਆ ਹੋਇਆ ਜੀ। ਸੁਰਤ ਨੂੰ ਰੋਕਣਾ ਸੀ, ਕਿਤੇ ਸੁਰਤ ਨੇ ਕਿਤੇ ਰੋਕਣਾ ਸੀ, ਪਰਿਵਾਰ 'ਚ ਨਹੀਂ ਰੁਕੀ ਤੇ ਚੇਲਿਆਂ 'ਚ ਰੁਕ ਗਈ ਆ। ਠਾਕ ਪੈ ਗਿਆ, ਮੰਨੇ ਮਾਰਗ ਠਾਕ ਨਾ ਪਾਈਏ, ਤੇ ਠਾਕ ਪੈ ਗਿਆ ਵਾ। ਇਹ ਕਿਉਂ ਪੈ ਗਿਆ ਠਾਕ? ਇਹਦੇ ਮਨ ਨੇ ਅਜੇ ਰੱਬ ਦੇ ਨਾਮ ਨੂੰ ਮੰਨਿਆ ਨਹੀਂ ਹੈ। ਜਿੱਦਣੇ ਮੰਨ ਲਊਗਾ ਇਹਨੂੰ ਪਤਾ ਲੱਗ ਜਾਊਗਾ ਇਹ ਵੀ ਰੁਕਾਵਟ ਆ, ਚੇਲੇ ਵੀ ਤਾਂ। ਤੇ ਇਹ ਅਜੇ ਚੇਲਿਆਂ ਦੇ ਚੱਕਰ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ। ਚਲੋ ਇੱਕ ਦੋ ਨਾਲ ਤਾਂ ਸਰ ਜੂਗਾ। ਜਿੱਦਾਂ ਗੁਰੂ ਨਾਨਕ ਸਾਹਿਬ ਨੂੰ ਕੋਈ ਤਿਆਗੀ ਮਿਲਿਆ ਯਾਤਰਾ ਦੌਰਾਨ, ਕਹਿਣ ਲੱਗਾ ਜੀ ਮਹਾਰਾਜ ਮੈਂ ਤਿਆਗੀ ਹੁੰਦਾ। ਮਹਾਰਾਜ ਕਹਿੰਦੇ ਤੂੰ 3 ਚੇਲੇ ਰੱਖੇ ਹੋਏ ਆ। ਸਾਹਿਬ ਕਹਿੰਦੇ ਜੇ ਤੂੰ ਤਿਆਗੀ ਆ ਤਾਂ ਫਿਰ ਚੇਲਿਆਂ ਤੋਂ ਬਿਨਾਂ ਜ਼ਿੰਦਗੀ ਕੱਟ। ਇਹ ਵੀ ਤਾਂ 3 ਤੇਰੇ ਨਾਲ ਬੈਠੇ ਹੋਏ ਨੇ। ਇਹ ਤਾਂ ਤੂੰ ਕੁਟੰਬੀ ਹੋ ਗਿਆ, ਤੂੰ ਦੁੱਖ ਸੁੱਖ ਇਹਨਾਂ ਨਾਲ ਸਾਂਝਾ ਕਰਦਾ ਹੈ ਆਪਣਾ। ਇਹ ਤਾਂ ਤੇਰਾ ਪਰਿਵਾਰ ਹੋ ਗਿਆ, ਤੂੰ ਤਿਆਗੀ ਕਾਹਦਾ ਵਾ? ਹਾਂ, ਜੇ ਤਿਆਗ ਘਰ ਦਾ ਕੀਤਾ ਇਹ ਤਾਂ ਫਿਰ ਚੇਲਿਆਂ ਦਾ ਵੀ ਕਰ। ਤਿਆਗੀ ਉੱਥੇ ਜਨਮ ਸਾਖੀ 'ਚ ਲਿਖਿਆ, ਤਿਆਗੀ ਇਕੱਲਾ ਹੀ ਸ਼ੋਭਾ ਦਿੰਦਾ ਹੈ। ਜੇ ਉਹਦੇ ਨਾਲ ਲੋਕੀ ਰਹਿ ਰਹੇ ਨੇ ਫਿਰ ਤਿਆਗੀ ਕਿਸ ਚੀਜ਼ ਦਾ ਵਾ? 10-20 ਨਿਕੰਮੇ ਨਾਲ ਰਹਿ ਰਹੇ ਨੇ ਤੇ ਉਹ ਤਿਆਗੀ ਕਿਸ ਚੀਜ਼ ਦਾ ਹੈ? ਸਾਹਿਬ ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ। ਤੇ ਜਦੋਂ ਬਹੁਤਿਆਂ ਨਾਲ ਪਿਆਰ ਪੈ ਜੇ ਫਿਰ ਕੇਸੋ ਕੀਓ ਨਾ ਮੀਤਾ। ਫਿਰ ਰੱਬ ਨਾਲ ਪਿਆਰ ਥੋੜ੍ਹਾ ਪੈਂਦਾ ਹੈ। ਰੱਬ ਨਾਲ ਪਿਆਰ ਉਹਨਾਂ ਦਾ ਹੀ ਪੈਂਦਾ ਜਿਹੜਾ ਇਹਨਾਂ ਲੋਕਾਂ ਦਾ ਇਹ ਸੰਸਾਰ ਦਾ ਤਿਆਗ ਕਰੂਗਾ। ਕੋਈ ਜੇ ਸੰਸਾਰ ਦਾ ਤਿਆਗ ਹੀ ਨਹੀਂ ਹੋਇਆ ਤਾਂ ਰੱਬ ਨਾਲ ਪਿਆਰ ਕਿੱਥੋਂ ਜਾਗੇਗਾ? ਅਗਲੀ ਗੱਲ ਉਹਨਾਂ ਨੇ ਬੜੀ ਲਿਖੀ ਹੈ, ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ। ਚਾਲੇ ਥੇ ਹਰ ਮਿਲਣ ਕੋ। ਤੁਰੇ ਸੀ ਅਸੀਂ ਰੱਬ ਨੂੰ ਮਿਲਣ ਚੱਲੇ ਹਾਂ, ਥੋੜ੍ਹਾ ਜਿਹਾ ਬਰਾਗ ਜਾਗਿਆ, ਪਿਆਰ ਜਾਗਿਆ, ਅੰਦਰ ਚਾਹਤ ਜਾਗੀ, ਪ੍ਰਭ ਮਿਲਣੇ ਕਾ ਚਾਓ। ਇਹ ਜਣਾ ਖਣਾ ਤੁਰ ਪਿਆ ਸੀ ਰੱਬ ਨੂੰ ਮਿਲਣ ਚੱਲੇ। ਉੱਥੇ ਲਿਖਿਆ ਉਹਨਾਂ ਨੇ ਪ੍ਰਭ ਮਿਲਣੇ ਕਾ ਚਾਓ। ਜੇ ਜਣਾ ਖਣਾ ਰੱਬ ਨੂੰ ਮਿਲ ਲੈਂਦਾ ਹੁੰਦਾ ਤਾਂ ਫਿਰ ਬਾਤ ਹੀ ਬੜੀ ਸੌਖੀ ਸੀ। ਫਿਰ ਸਾਧੂਆਂ ਨੂੰ ਗੁਫਾ 'ਚ ਬਹਿਣ ਦੀ ਕੀ ਲੋੜ ਪੈ ਗਈ ਸੀ? ਜੇ ਜਣਾ ਖਣਾ ਦੁਨੀਆਦਾਰੀ ਰੱਬ ਨੂੰ ਮਿਲ ਲੈਂਦਾ ਫਿਰ ਬਾਬਾ ਦੀਪ ਸਿੰਘ ਵਰਗਿਆਂ ਨੂੰ ਐਡੇ ਵੱਡੇ ਤਿਆਗ ਦੀ ਕੀ ਲੋੜ ਪੈ ਗਈ ਸੀ? ਨਹੀਂ ਨਹੀਂ, ਜਣਾ ਖਣਾ ਨਹੀਂ, ਤਿਆਗੀ ਮਿਲ ਸਕਦਾ ਹੈ। ਚਾਲੇ ਥੇ ਹਰ ਮਿਲਣ ਕੋ। ਤੁਰੇ ਸੀ, ਮਾਰਗ ਦੇ ਤੁਰੇ ਸੀ, ਮੰਨੇ ਮਾਰਗ। ਪਰ ਹੋਇਆ ਕੀ? ਰਸਤਾ ਬੜਾ ਲੰਬਾ ਸੀ। ਥੋੜ੍ਹਾ ਜਿਹਾ ਸਫ਼ਰ ਕੀਤਾ, 40 ਦਿਨ ਜਪਜੀ ਸਾਹਿਬ ਪੜ੍ਹ ਲਿਆ, ਸੁਖਮਨੀ ਸਾਹਿਬ ਪੜ੍ਹ ਲਿਆ, 6 ਮਹੀਨੇ ਪੜ੍ਹ ਲਿਆ, 2 ਸਾਲ ਪੜ੍ਹ ਲਿਆ, ਉਸ ਤੋਂ ਬਾਅਦ ਰੁਕ ਗਏ। ਇੱਕ ਤਾਂ ਸਾਧੂ ਮਹਾਤਮਾ ਮੈਂ ਗਿਆ ਅਤੇ ਉਹ ਕਹਿਣ ਦਿਆ ਸੀ ਅਸੀਂ ਬੜੀ ਤਪੱਸਿਆ ਕਰਦੇ ਰਹੇ ਹਾਂ। ਅਤੇ ਹੁਣ ਤਾਂ ਤੂੰ ਲੋਕਾਂ ਦੀਆਂ ਰਸੋਈਆਂ ਦੇ ਲਾਗੇ ਬੈਠਾ ਹੋਇਆ, ਅਤੇ ਤਪੱਸਿਆ ਤੂੰ ਕਿੱਥੋਂ ਕਰ ਲਈ? ਬੈਠਾ ਵੀ ਉੱਥੇ ਰਸੋਈ 'ਤੇ ਲਾਗੇ ਕਿਸੇ ਦੀ, ਇਹਦੇ ਘਰ ਆਇਆ ਸੀ। ਉਹ ਨਹੀਂ, ਸ਼ੇਰ ਨਹੀਂ ਘਰਾਂ 'ਚ ਆਉਂਦੇ ਹੁੰਦੇ, ਸ਼ੇਰ ਜੰਗਲਾਂ 'ਚ ਰਹਿੰਦੇ ਹੁੰਦੇ ਆ। ਬੰਦਗੀ ਕਰਨ ਵਾਲੇ ਮਹਾਂਪੁਰਖ ਸ਼ੇਰ ਹੁੰਦੇ ਨੇ, ਉਹ ਨਹੀਂ ਦੁਨੀਆਦਾਰਾਂ ਦੇ ਘਰਾਂ 'ਚ ਬਹਿੰਦੇ ਜਾ ਕੇ। ਉਹ ਤਾਂ ਸ਼ੋਭਾ ਨਹੀਂ ਪਾਉਂਦੇ ਇਹਦੇ ਕੰਮ ਦੀ। ਤਾਂ ਫਿਰ
ਜਾਂ ਕੋ ਠਾਕਰ ਉੱਚਾ ਹੋਈ, ਸੋਗ ਜਨ ਪਰ ਕਰ ਜਾਤ ਨ ਸੋਈ। ਮੈਂ ਕਹਿ ਰਿਹਾ ਸੀ ਥੋੜ੍ਹੀ ਜਿਹੀ ਕਰਕੇ ਮੁੜ ਕੇ ਲੋਕੀ ਪਖੰਡ ਕਰਦੇ ਨੇ। ਚੱਲ ਇੱਥੇ ਹਰ ਮਿਲਣ ਕੋ, ਵਿੱਚੇ ਅਟਕਿਓ ਚੀਤਾ। ਡੇਰਾ ਪਾ ਲਿਆ, ਜ਼ਮੀਨਾਂ ਖਰੀਦ ਲਈਆਂ, ਬੜਾ ਕੁਛ ਕਰ ਲਿਆ ਇਹਨਾਂ ਨੇ। ਧਰਮ ਦੇ ਕੱਪੜੇ ਨੇ, ਧਰਮ ਨਹੀਂ ਹੈ। ਅੱਜ ਸਿੱਖ ਕੌਮ ਦੀ ਪਤਾ ਨਹੀਂ ਕਿੰਨੀ ਕੁ ਜ਼ਮੀਨ ਜਾਇਦਾਦ ਦਾਤ ਇਹਨਾਂ ਡੇਰਿਆਂ ਵਾਲਿਆਂ ਨੇ ਨੱਪੀ ਹੋਈ ਆ, ਉਹ ਸੰਪਰਦਾਈ ਲੋਕਾਂ ਨੇ ਨੱਪੀ ਹੋਈ ਆ। ਮੌਜਾਂ ਪਏ ਕਰਦੇ ਨੇ, 2-2 ਹਜ਼ਾਰ ਦਾ ਰੋਜ਼ ਦਾ ਤੇਲ ਗੱਡੀ 'ਚ ਪਾਉਂਦੇ ਨੇ, ਮੌਜਾਂ ਪਏ ਕਰਦੇ ਨੇ। 50-50 ਲੱਖੀ ਗੱਡੀ ਰੱਖੀ ਹੋਈ ਆ, ਕਿੱਥੋਂ ਆਈ ਆ? ਗੁਰੂ ਘਰ ਦੀਆਂ ਜ਼ਮੀਨਾਂ 'ਤੇ ਇਹ ਕਬਜ਼ੇ ਕਰਕੇ ਬੈਠੇ ਨੇ। ਸ਼ਾਹੀ ਖਾਣਾ, ਸ਼ਾਹੀ ਠਾਠ ਬਾਠ, ਰਹਿਣਾ ਬਹਿਣਾ ਸਭ ਇਹਨਾਂ ਸਾਧਾਂ ਦਾ ਹੋਇਆ ਫਿਰਦਾ। ਕੌਮ ਜਾਵੇ ਢੱਠੇ ਖੂਹ 'ਚ, ਕੀ ਲੈਣਾ ਇਹਨਾਂ ਨੇ ਕੌਮ 'ਚੋਂ? ਸ਼ਾਹੀ ਠਾਠ ਨਾਲ ਜ਼ਿੰਦਗੀ ਪੈ ਕੱਟਦੇ ਨੇ। ਇਹਨਾਂ ਦੇ ਜੇ ਕਿਤੇ ਪੜ੍ਹਦੇ ਆ, ਪੰਜਾਬ ਸਰਕਾਰ ਲੋਕਾਂ ਕੋਲ ਜ਼ਮੀਨ ਛਡਾਉਣ ਦੀ ਆ। ਸਿੱਖਾਂ ਨੂੰ ਇਹਨਾਂ ਬਾਬਿਆਂ ਸੰਪਰਦਾਈ ਲੋਕਾਂ ਕੋਲ ਆਪਣੀ ਜ਼ਮੀਨ ਛਡਾਉਣੀ ਚਾਹੀਦੀ ਆ। ਇਹ ਸਰਕਾਰ ਨਾਲੋਂ ਵੱਧ ਜ਼ਮੀਨ ਨੱਪ ਕੇ ਬੈਠੇ ਹੋਏ ਨੇ। ਕੋਈ ਇਹਨਾਂ ਦੀ ਪ੍ਰਾਪਤੀ ਨਹੀਂ ਹੈ ਧਰਮ ਪ੍ਰਤੀ, ਕੁਛ ਨਹੀਂ ਹੈ। ਹਜ਼ਾਰਾਂ ਕਿੱਲੇ ਜ਼ਮੀਨ ਨੇ ਸੰਪਰਦਾਈ ਲੋਕਾਂ ਕੋਲ, ਕਦੀ ਗਰੀਬ ਨੂੰ ਇਹਨਾਂ ਨੇ 1 ਕਿਲੋ ਆਟਾ ਨਹੀਂ ਦਿੱਤਾ ਆਪਣੇ ਡੇਰੇ ਤੋਂ। ਮੈਂ ਕਹਿ ਰਿਹਾ ਸੀ ਇਹਨਾਂ ਦੇ ਇਹਨਾਂ ਨੇ ਰੱਬ ਦੇ ਨਾਮ ਨੂੰ ਨਹੀਂ ਮੰਨਿਆ, ਇਹਨਾਂ ਨੇ ਧਰਮ ਨੂੰ ਮੰਨਿਆ ਅਤੇ ਧਰਮ ਦੇ ਕੱਪੜੇ ਪਾਏ ਹੋਏ ਨੇ। ਵਿੱਚੇ ਅਟਕਿਓ ਚੀਤ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਮੰਨੈ ਮਾਰਗ। ਜਿੰਨਾ ਚਿਰ ਬੰਦੇ ਦਾ ਮਨ ਨਹੀਂ ਨਾ ਮੰਨਦਾ ਰੱਬ ਦੇ ਨਾਮ ਨੂੰ, ਉਹਨਾਂ ਚਿਰ ਇਹਨੇ ਰੱਬ ਦੇ ਰਾਹ 'ਤੇ ਤੁਰਨਾ ਨਹੀਂ ਹੈ। ਅਤੇ ਜਿੱਦਣ ਮਨ ਮੰਨ ਗਿਆ, ਇਹ ਰੱਬ ਦੇ ਰਾਹ 'ਤੇ ਤੁਰ ਗਿਆ। ਸ਼ਿਵ ਕਹਿੰਦੇ ਠਾਕ ਨਾ ਪਾਏ। ਮੰਨੈ ਜਿਹਦਾ ਮੰਨ ਗਿਆ, ਜਪਜੀ ਸਾਹਿਬ ਪੜ੍ਹਦਿਆਂ ਮਨ ਮੰਨ ਗਿਆ, ਸੁਖਮਨੀ ਸਾਹਿਬ ਸੁਣਦਿਆਂ ਮਨ ਮੰਨ ਗਿਆ। ਫਿਰ ਕੀ ਹੋਣਾ? ਮਾਰਗ। ਫਿਰ ਰੱਬ ਦੇ ਰਾਹ 'ਤੇ ਤੁਰ ਗਿਆ। ਜਿੱਦਾਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ, ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੋ। ਗੁਰੂ ਰਾਮਦਾਸ ਕਹਿੰਦੇ ਸਾਡੇ ਉੱਤੇ ਵੱਡਾ ਪੁੰਨ ਮੇਰੇ ਗੁਰੂ ਨੇ ਕੀਤਾ ਹੈ, ਮੈਨੂੰ ਰੱਬ ਦਾ ਮਾਰਗ ਦੱਸ ਦਿੱਤਾ। ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੋ। ਜਿੱਦਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜੋ ਗੁਰ ਦੱਸੇ ਵਾਟ, ਜੋ ਗੁਰ ਦੱਸੈ ਵਾਟ, ਮਰੀਦਾਂ ਜੋਲੀਏ। ਕਹਿੰਦੇ ਜਦੋਂ ਗੁਰੂ ਰਸਤਾ ਦੱਸ ਦੇਵੇ ਨਾ ਸਿੱਖ ਨੂੰ, ਅੰਮ੍ਰਿਤ ਵੇਲਾ ਹੀ ਹੋ, ਵਡਿਆਈ ਵਿਚਾਰ ਹੀ ਹੋ, ਬਾਣੀ ਪੜ੍ਹੀ, ਨਾਮ ਜਪੀ, ਸੰਗਤ ਕਰੀ, ਕਿਰਤ ਕਰੀ, ਸਾਧੂਆਂ ਦੀ ਸੰਗਤ 'ਚ ਬਹੀਂ, ਇਹ ਮਾਰਗ ਜਦੋਂ ਗੁਰੂ ਦੱਸ ਦੇਵੇ, ਬਾਬਾ ਫਰੀਦ ਸਾਹਿਬ ਕਹਿੰਦੇ ਫਿਰ ਤੁਰ ਪਿਓ ਜੀ। ਫਿਰ ਇੱਦਾਂ ਨਾ ਹੋਇਓ ਰਾਹ ਪੁੱਛ ਕੇ ਅਤੇ ਮੁੜ ਕੇ ਤੁਰਿਓ ਹੀ ਨਾ ਜੇ। ਰਾਹ ਦਸਾਈ ਨਾ ਜੁੱਲਾਂ। ਰਾਹ ਪੁੱਛ ਲਿਆ ਪਰ ਤੁਰਿਆ ਕਦੀ ਨਹੀਂ ਹੈ। ਆਖਾਂ ਅੰਬੜੀ ਆਸ ਅਤੇ ਦਾਵਾ ਪਿਆ ਕਰਦਾ ਮੈਂ ਪਹੁੰਚਿਆ ਹੋਇਆ ਵਾਂ। ਤੇ ਸੈ ਨਾਲ ਅਕੂਹਣਾ। ਕਦੀ ਵੀ ਮੇਰੇ ਨਾਲ ਰੱਬ ਨਹੀਂ ਬੋਲਿਆ। ਤੇ ਸੈ ਨਾਲ ਅਕੂਹਣਾ। ਕਿਉਂ ਥੀਵੇ ਘਰ ਵਾਸ। ਜਿਹੜਾ ਮੇਰੇ ਨਾਲ ਬੋਲਦਾ ਹੀ ਨਹੀਂ ਆ, ਮੈਂ ਉਹਦੇ ਘਰ 'ਚ ਜਾ ਸਕਦਾ? ਕਦੀ ਵੀ ਨਹੀਂ। ਅਸੀਂ ਉਹਨਾਂ ਘਰਾਂ 'ਚ ਜਾਂਦੇ ਹਾਂ ਜਿਹੜੇ ਸਾਡੇ ਨਾਲ ਬੋਲਦੇ ਨੇ, ਅਤੇ ਜਦੋਂ ਸਾਡਾ ਕਿਸੇ ਨਾਲ ਬੋਲ ਚਾਲ ਟੁੱਟ ਜੇ ਤਾਂ ਅਸੀਂ ਉਹਦੇ ਘਰ ਵੀ ਨਹੀਂ ਮੁੜ ਕੇ ਜਾਂਦੇ। ਸਾਹਿਬ ਕਹਿੰਦੇ ਬੰਦਿਆ, ਤੇਰਾ ਰੱਬ ਨਾਲ ਕਦੀ ਬੋਲ ਚਾਲ ਨਹੀਂ ਹੋਇਆ, ਅਤੇ ਤੂੰ ਰੱਬ ਦੇ ਘਰ ਕਿਵੇਂ ਜਾਵੇਂਗਾ? ਫਰੀਦਾ ਜੋ ਗੁਰ ਦੱਸੇ ਵਾਟ, ਮਰੀਦਾਂ ਜੋਲੀਏ। ਜੋਲੀਏ, ਤੁਰੀਏ। ਜੋ ਗੁਰੂ ਨੇ ਰਾਹ ਦੱਸ ਦਿੱਤਾ ਹੈ, ਅਤੇ ਗੁਰੂ ਨੇ ਰਾਹ ਇਹੋ ਦੱਸਿਆ ਹੈ, ਮੰਨੈ ਰੱਬ ਦੇ ਨਾਮ ਨੂੰ ਮੰਨ। ਅਤੇ ਜਿੱਦਣ ਤੂੰ ਮੰਨ ਗਿਆ, ਮਾਰਗ ਫਿਰ ਰਾਹ 'ਤੇ ਤੁਰ ਜਾਏਗਾ। ਠਾਕ ਨਾ ਪਾਏ। ਫਿਰ ਤੈਨੂੰ ਕੋਈ ਠਾਕ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ।
ਗੁਰੂ ਰਹਿਮਤ ਕਰੇ, ਗੁਰੂ ਬਖਸ਼ਿਸ਼ ਕਰੇ, ਉਹਦੇ ਦਰ ਦੇ ਘਰ ਦਾ ਸਾਨੂੰ ਸਮਝ ਹੋਵੇ, ਉਹਦੇ ਰਾਹ ਦੇ ਤੁਰੀਏ। ਉਹਦਾ ਰਾਹ ਉਹਦਾ ਨਾਮ ਹੀ ਹੈ, ਹੋਰ ਕੋਈ ਰਾਹ ਨਹੀਂ ਹੈ ਉਸ ਦਾ।